ਅੱਜ ਆਪਾਂ ਕਰਾਂਗੇ ਕੈਪੀਟਲ ਗੇਨ ਨੂੰ ਜੋ ਕੱਢਣ ਲਈ ਜਦੋਂ ਤੁਸੀਂ ਇੰਡੈਕਸਿੰਗ ਕਰਦੇ ਹੋ ਉਹਦੇ ਰੂਲ ਕੀ ਆ। ਠੀਕ ਆ, ਪਹਿਲਾਂ ਤਾਂ ਇੱਕ ਛੋਟੀ ਜਿਹੀ ਗੱਲ ਯਾਦ ਰੱਖਿਓ, ਕੋਈ ਵੀ ਕਾਸਟ ਆਫ ਇੰਪਰੂਵਮੈਂਟ, ਕੋਈ ਵੀ ਅਮਾਊਂਟ ਉਹਨੇ ਫੋਰਫਿਟ ਕੀਤੀ ਹੋਵੇ ਜਾਂ ਇਸ ਤੋਂ ਇਲਾਵਾ ਕੋਈ ਵੀ ਕਾਸਟ ਆਫ ਐਡੀਸ਼ਨ ਕੀਤੀ ਹੋਵੇ ਜਿਹੜੀ 2001-2 ਤੋਂ ਪਹਿਲਾਂ ਹੈ ਉਹ ਇਗਨੋਰ ਕਰ ਦੇਣੀ ਹੈ। ਅਮਾਊਂਟ ਆਫ ਫੋਰਫਿਟ ਦਾ ਮਤਲਬ ਕੀ ਆ ਕਿ ਕਈ ਵਾਰ ਅਸੀਂ ਕੋਈ ਚੀਜ਼ ਸੇਲ ਕਰਨਾ ਚਾਹੁੰਦੇ ਹਾਂ ਪਰ ਉਹ 2001-2 ਤੋਂ ਪਹਿਲਾਂ ਵਾਲੀ ਸੇਲ ਸੀ ਔਰ ਉਹ ਸੇਲ ਕਿਸੇ ਕਾਰਨ ਕਰਕੇ ਹੋਈ ਨਹੀਂ, ਮਤਲਬ ਕੰਟਰੈਕਟ ਕੈਂਸਲ ਹੋ ਗਿਆ ਔਰ ਜਿਹੜਾ ਐਡਵਾਂਸ ਮੈਂ ਲਿਆ ਸੀ ਉਹ ਮੈਂ ਫੋਰਫਿਟ ਕਰ ਜਾਣੀ ਕਿ ਜ਼ਬਤ ਕਰ ਲਿਆ ਉਹਨੂੰ, ਔਰ ਉਹ ਅਮਾਊਂਟ ਵੀ ਇਗਨੋਰ ਕਰਨੀ ਹੈ। ਕੋਈ ਵੀ ਇੰਪਰੂਵਮੈਂਟ, ਕੋਈ ਵੀ ਅਮਾਊਂਟ ਫੋਰਫਿਟ ਕੀਤੀ ਹੋਵੇ ਜਾਂ ਫਿਰ ਕੋਈ ਵੀ ਹੋਰ ਐਡੀਸ਼ਨ ਕੀਤੀ ਹੋਵੇ ਜਿਹੜੀ 2001-2 ਤੋਂ ਪਹਿਲਾਂ ਹੈ ਉਹ ਇਗਨੋਰ ਕਰ ਦੇਣੀ ਹੈ। ਅਗਲਾ, ਕੋਈ ਐਸੈਟ ਪਰਚੇਜ਼ ਕੀਤਾ, ਇਨਹੈਰਿਟ ਕੀਤਾ, ਗਿਫਟ 'ਚ ਮਿਲਿਆ, 2001-2 ਤੋਂ ਪਹਿਲਾਂ ਮਿਲਿਆ ਹੋਵੇ। ਠੀਕ ਹੈ, ਕੋਈ ਵੀ ਐਸੈਟ ਜਿਹੜਾ ਤੁਸੀਂ 2001-2 ਤੋਂ ਪਰਚੇਜ਼ ਪਹਿਲਾਂ ਕੀਤਾ ਹੋਵੇ ਜਾਂ ਗਿਫਟ 'ਚ ਪਹਿਲਾਂ ਮਿਲਿਆ ਹੋਵੇ, ਉਹਦੀ ਕੋਸਟ ਅਤੇ ਫੇਅਰ ਮਾਰਕੀਟ ਵੈਲਿਊ 2001-2 ਨੂੰ ਦੇਖਣੀ ਹੈ, ਵਿਚ ਐਵਰੇਜ ਹਾਇਰ ਉਹ ਲੈ ਲੈਣੀ ਹੈ ਉਰੇ। ਉਹਨੂੰ ਮਲਟੀਪਲਾਈ ਕਰ ਦੇਣਾ ਜਿਸ ਈਅਰ ਤੁਸੀਂ ਸੇਲ ਕਰਨ ਲੱਗੇ ਹੋ ਉਸ ਈਅਰ ਦੇ ਇੰਡੈਕਸ ਨਾਲ ਅਤੇ ਡਿਵਾਈਡ ਕਰਨਾ 2001-2 ਦੇ ਇੰਡੈਕਸ ਨਾਲ। ਠੀਕ ਆ, ਔਰ 2001-2 ਦਾ ਇੰਡੈਕਸ ਮੋਸਟਲੀ 100 ਹੀ ਹੈ, ਮੋਸਟਲੀ 100 ਕੀ 100 ਹੀ ਹੈ। ਉਸ ਤੋਂ ਇਲਾਵਾ ਕੋਈ ਵੀ ਐਸੈਟ ਜਿਹੜਾ 2001 ਤੋਂ ਬਾਅਦ ਤੁਸੀਂ ਪਰਚੇਜ਼ ਕਰ ਰਹੇ ਹੋ ਜਾਂ ਤੁਸੀਂ ਐਸੈਟ ਦੇ ਵਿੱਚ ਇੰਪਰੂਵਮੈਂਟ ਕਰਾ ਰਹੇ ਹੋ ਜਾਂ ਕੋਈ ਐਡੀਸ਼ਨ ਕਰ ਲਈ ਤਾਂ ਉਹਦਾ ਫਾਰਮੂਲਾ ਕੀ ਹੈ, ਐਕਚੁਅਲ ਕਾਸਟ ਯਾਨੀ ਕਿ ਪਰਚੇਜ਼ ਪ੍ਰਾਈਸ ਗੁਣਾ ਸੇਲ ਈਅਰ ਦਾ ਇੰਡੈਕਸ ਡਿਵਾਈਡ ਬਾਈ ਜਿਸ ਈਅਰ ਤੁਸੀਂ ਪਰਚੇਜ਼ ਕੀਤਾ। ਜੇ 2002-3 'ਚ ਪਰਚੇਜ਼ ਕੀਤਾ 2002-3 ਦੇ ਇੰਡੈਕਸ ਨਾਲ, ਜੇ 2003-4 ਦਾ ਕੀਤਾ 2003-4 ਦੇ ਇੰਡੈਕਸ ਨਾਲ ਡਿਵਾਈਡ ਕਰ ਦੇਣਾ। ਠੀਕ ਆ, ਉਸ ਤੋਂ ਬਾਅਦ ਇੱਕ ਪੁਆਇੰਟ ਹੋਰ ਆ ਜਿਸ ਤੁਸੀਂ ਮੋਸਟਲੀ ਗਲਤੀ ਕਰਨੀ ਆ ਔਰ ਇਸ ਚੀਜ਼ ਦਾ ਧਿਆਨ ਰੱਖਿਓ। ਕੋਈ ਪ੍ਰੀਵੀਅਸ ਓਨਰ ਸੀ, ਠੀਕ ਆ, ਉਹਨੇ ਐਸੈਟ ਬਾਈ ਕੀਤਾ 2001 ਤੋਂ ਪਹਿਲਾਂ, ਬਟ ਜਿਹੜਾ ਬੰਦਾ ਇਸ ਟਾਈਮ ਓਨਰ ਆ ਅਤੇ ਐਸੈਟ ਨੂੰ ਵੇਚ ਰਿਹਾ ਉਹ ਓਨਰ ਬਣਿਆ 2001 ਤੋਂ ਬਾਅਦ। ਔਰ ਇਹ ਮੋਸਟਲੀ ਕਿ ਆਪਾਂ ਹਮੇਸ਼ਾ ਗਿਫਟ ਦੇ ਕੇਸ ਜਾਂ ਵਿਰਾਸਤ ਦੇ ਕੇਸ 'ਚ ਹੀ ਹੁੰਦਾ ਹੈ। ਐਗਜ਼ਾਮਪਲ ਲੈ ਲਓ ਕਿ ਫਾਦਰ ਨੇ ਐਸੈਟ ਪਰਚੇਜ਼ ਕੀਤਾ ਸੀ 1981 'ਚ, ਠੀਕ ਆ, 2001 ਤੋਂ ਪਹਿਲਾਂ ਕੀਤਾ ਬਟ ਉਹਦੀ ਡੈਥ ਤੋਂ ਬਾਅਦ ਉਹ ਸਨ ਓਨਰ ਬਣ ਗਿਆ 2004 'ਚ। ਪ੍ਰੈਜ਼ੈਂਟ ਸੈਲਰ ਕਦੋਂ ਓਨਰ ਬਣਿਆ? 2001 ਤੋਂ ਬਾਅਦ। ਅਗਰ ਪ੍ਰੀਵੀਅਸ ਸੈਲਰ ਓਨਰ ਹੋਵੇ 2001 ਤੋਂ ਪਹਿਲਾਂ ਅਤੇ ਪ੍ਰੈਜ਼ੈਂਟ ਸੈਲਰ ਓਨਰ ਹੋਵੇ 2004 ਤੋਂ ਬਾਅਦ, ਇਹ ਹਮੇਸ਼ਾ ਗਿਫਟ ਅਤੇ ਇਨਹੈਰੀਟੈਂਸ ਦੇ ਕੇਸ 'ਚ ਲੱਗਣਾ, ਪਰਚੇਜ਼ ਵਾਲੇ ਕੇਸ 'ਚ ਨਹੀਂ ਲੱਗਣਾ। ਠੀਕ ਆ, ਇਸ ਕੇਸ 'ਚ ਕੀ ਕਰਨਾ, ਕਿਉਂਕਿ ਦੇਖੋ ਪ੍ਰੀਵੀਅਸ ਓਨਰ ਸੀ ਜਿਹੜਾ ਉਹਨੇ 1981 'ਚ ਬਾਏ ਕੀਤਾ ਸੀ, ਇਸ ਲਈ ਆਪਾਂ ਕਾਸਟ ਨੂੰ ਫੇਅਰ ਮਾਰਕੀਟ ਵੈਲਿਊ ਨਾਲ ਕੰਪੇਅਰ ਕਰਾਂਗੇ ਹੀ ਕਰਾਂਗੇ। ਠੀਕ, ਵਿਚ ਐਵਰੇਜ ਹਾਇਰ ਉਹਨੂੰ ਮਲਟੀਪਲਾਈ ਕਰ ਦੇਣਾ ਕਰੰਟ ਈਅਰ ਦੇ ਇੰਡੈਕਸ ਨਾਲ, ਪਰ ਡਿਵਾਈਡ ਕਿਹੜੇ ਇੰਡੈਕਸ ਨਾਲ ਕਰਨਾ? ਜਿਸ ਈਅਰ ਪ੍ਰੈਜ਼ੈਂਟ ਸੈਲਰ ਓਨਰ ਬਣਿਆ। ਜਾਣੀ ਕਿ ਤੁਸੀਂ 2001-2 ਦੇ ਇੰਡੈਕਸ ਨਾਲ ਡਿਵਾਈਡ ਨਹੀਂ ਕਰਨਾ, ਤੁਸੀਂ ਕਿਹੜੇ ਇੰਡੈਕਸ ਨਾਲ ਡਿਵਾਈਡ ਕਰੋਗੇ? 2004-5 ਦੇ ਨਾਲ, ਕਿਉਂਕਿ 4-5 ਦੇ ਵਿੱਚ ਜਿਹੜਾ ਪ੍ਰੈਜ਼ੈਂਟ ਸੈਲਰ ਓਨਰ ਬਣਿਆ ਔਰ ਤੁਹਾਡੇ ਸਮ 'ਚ ਕੁਛ ਵੀ ਹੋ ਸਕਦਾ ਹੈ। ਠੀਕ ਆ, ਫੋਰਫਿਟ ਮੈਂ ਤੁਹਾਨੂੰ ਦੱਸਤਾ ਕਿ ਫੋਰਫਿਟ ਦੀ ਅਮਾਊਂਟ ਜਿਹੜੀ 2001-2 ਤੋਂ ਪਹਿਲਾਂ ਹੋਊਗੀ ਇਗਨੋਰ ਕਰਨੀ ਆ। ਅਦਰਵਾਈਜ਼ ਇੰਨਾ ਯਾਦ ਰੱਖਿਓ, ਅਗਰ ਫੋਰਫਿਟ ਦੀ ਅਮਾਊਂਟ 2001-2 ਤੋਂ ਬਾਅਦ ਆਈ ਤਾਂ ਉਹ ਕਾਸਟ ਆਫ ਐਕੁਜ਼ੀਸ਼ਨ ਦੇ ਵਿੱਚੋਂ ਲੈਸ ਹੋਣੀ ਆ ਔਰ ਉਸ ਤੋਂ ਬਾਅਦ ਉਹਦੀ ਇੰਡੈਕਸਿੰਗ ਕਰਨੀ ਹੈ। ਇੱਕ ਸਮ ਮੈਂ ਤੁਹਾਨੂੰ ਕਰਾ ਦਿੰਦੇ ਹਾਂ। ਥਰਡ ਨੰਬਰ ਪ੍ਰੋਬਲਮ ਆ ਤੁਹਾਡੀ, ਧਿਆਨ ਨਾਲ ਪੜ੍ਹਿਓ। ਮਿਸਟਰ ਕੇ ਐਸ ਕ੍ਰਿਸ਼ਨਾ ਆ, ਉਹਨੂੰ ਗਿਫਟ ਮਿਲਿਆ। ਠੀਕ ਆ, ਕਦੋਂ ਮਿਲਿਆ? 2007 'ਚ। ਮਿਸਟਰ ਕੇ ਐਜ ਕੀ ਸੀ? ਉਹਦਾ ਪ੍ਰੀਵੀਅਸ ਓਨਰ। ਉਹਨੇ ਕਦੋਂ ਪਰਚੇਜ਼ ਕੀਤਾ? 6 ਲੱਖ ਦੀ। ਉਹੀ ਪੁਆਇੰਟ ਆ ਗਿਆ, ਗਿਫਟ 'ਚ ਮਿਲਿਆ ਔਰ ਜਿਹੜਾ ਬੰਦਾ ਓਨਰ ਸੀ ਉਹਨੇ ਪਰਚੇਜ਼ ਕੀਤਾ 6 ਲੱਖ ਦੀ 'ਚ। ਪ੍ਰੈਜ਼ੈਂਟ ਸੈਲਰ ਓਨਰ ਕਦੋਂ ਬਣਿਆ? 2007 'ਚ। ਤਾਂ ਅਸੀਂ ਇਸ ਕਾਸਟ ਨੂੰ ਕੰਪੇਅਰ ਕਰਾਂਗੇ ਫੇਅਰ ਮਾਰਕੀਟ ਵੈਲਿਊ ਦੇ ਨਾਲ। ਔਰ ਉਸ ਤੋਂ ਬਾਅਦ ਲਿਖਿਆ ਮਿਸਟਰ ਕੇ ਹੈਜ ਨੇ ਰੈਨੋਵੇਟ ਕੀਤਾ ਹਾਊਸ 1998 'ਚ ਔਰ ਉੱਤੇ ਕਾਸਟ ਆ। ਤੁਹਾਨੂੰ ਮੈਂ ਕੀ ਦੱਸਿਆ? 2001-2 ਤੋਂ ਪਹਿਲਾਂ ਵਾਲੀ ਕੀਤੀ ਗਈ ਕੋਈ ਵੀ ਇੰਪਰੂਵਮੈਂਟ ਜਾਂ ਐਡੀਸ਼ਨ ਇਗਨੋਰ ਕਰਨੀ ਹੈ, ਮਤਲਬ ਇਸ ਅਮਾਊਂਟ ਦਾ ਮੈਂ ਕੁਛ ਨਹੀਂ ਕਰਨਾ ਕਿਉਂਕਿ ਇਹ ਅਮਾਊਂਟ ਇਸੇ ਅਮਾਊਂਟ ਦੇ ਵਿੱਚ ਇਨਕਲੂਡ ਆ। ਔਰ ਇਹਦੀ ਫੇਅਰ ਮਾਰਕੀਟ ਵੈਲਿਊ 2001-2 ਨੂੰ ਕਿੰਨੀ ਆ? 10 ਲੱਖ। ਤਾਂ ਇਹਦਾ ਮਤਲਬ ਮੇਰੀ ਕਾਸਟ ਆਫ ਐਕੁਜ਼ੀਸ਼ਨ ਕਿੰਨੀ ਹੋ ਗਈ? 10 ਲੱਖ। ਕਾਸਟ ਨਹੀਂ ਹੈਗੀ, ਇੱਕ ਤਰ੍ਹਾਂ ਦੀ ਫੇਅਰ ਮਾਰਕੀਟ ਵੈਲਿਊ ਹੀ ਲਾ ਲਓ। ਕਾਸਟ ਮੇਰੀ ਸੀਗੀ 6 ਲੱਖ 30, ਵਿਚ ਐਵਰੇਜ ਹਾਇਰ 10 ਲੱਖ, ਉਹਦੀ ਹੀ ਇੰਡੈਕਸਿੰਗ ਆਪਾਂ ਕਰਾਂਗੇ। ਔਰ ਸਮ ਦਾ ਪੈਟਰਨ ਮੈਂ ਸਟਾਰਟਿੰਗ ਵਾਲੀ ਵੀਡੀਓ 'ਚ ਦੱਸ ਚੁੱਕੇ ਹਾਂ। ਤੁਸੀਂ ਸਭ ਤੋਂ ਪਹਿਲਾਂ ਸੇਲ ਪ੍ਰਾਈਜ਼ ਹੀ ਲੈਣਾ ਆ।
1998 99 'ਚ ਉਹਨੇ ਐਗਰੀ ਕੀਤਾ ਸੇਲ ਕਰਨ ਲਈ 1 ਲੱਖ ਰੁਪਏ ਐਡਵਾਂਸ ਲੈ ਲਿਆ, ਫੋਰਫਿਟ ਵਾਲਾ ਪੁਆਇੰਟ ਵੀ ਆ ਗਿਆ। ਔਰ ਕਿਸੇ ਕਾਰਨ ਕਰਕੇ ਉਹ ਸੇਲ ਨਹੀਂ ਹੋਈ ਤੇ ਐਡਵਾਂਸ ਮਨੀ ਕੀ ਹੋ ਗਈ ਫੋਰਫਿਟ। ਅਗਰ 2001-2 ਤੋਂ ਪਹਿਲਾਂ ਕੋਈ ਵੀ ਮਨੀ ਫੋਰਫਿਟ ਹੈ ਤਾਂ ਉਹ ਇਗਨੋਰ ਕਰਨੀ ਆ। ਅਗਰ ਉਹ ਮਨੀ ਫੋਰਫਿਟ 2001-2 ਤੋਂ ਬਾਅਦ ਹੁੰਦੀ ਤਾਂ ਉਹ ਕਾਸਟ ਆਫ ਐਕੁਜੀਸ਼ਨ 'ਚੋਂ ਜਾਣੀ ਕਿੱਥੋਂ ਲੈਸ ਹੋ ਜਾਣੀ ਸੀ। ਫਿਲਹਾਲ ਇਹ ਵੀ ਇਗਨੋਰ, ਠੀਕ ਹੈ। ਉਸ ਤੋਂ ਬਾਅਦ ਉਹਨੇ ਕੀ ਲਿਖਿਆ, ਹਾਊਸ ਰੈਨੋਵੇਟ ਕਰਾਇਆ, ਇਹ ਇੰਪਰੂਵਮੈਂਟ ਆ 2010-11 'ਚ ਆਪਾਂ ਪਾਵਾਂਗੇ, ਠੀਕ ਹੈ। ਕ੍ਰਿਸ਼ਨ ਨੇ ਸੋਲਡ ਕੀਤਾ ਹਾਊਸ ਕਿੰਨੇ ਦਾ, ਸੇਲ ਪ੍ਰਾਈਸ ਕਿੰਨਾ ਆ 35,60,000। ਔਰ ਸੇਲ ਨੂੰ ਕਰਨ ਦੇ ਲਈ ਉਹਨੇ ਖਰਚੇ ਕਿੰਨੇ ਕੀਤੇ, ਬ੍ਰੋਕਰੇਜ 60,000, ਠੀਕ ਆ। ਤਾਂ ਨੈਟ ਕੰਸੀਡਰੇਸ਼ਨ ਮੇਰਾ ਕਿੰਨਾ ਹੋ ਗਿਆ 35 ਲੱਖ ਰੁਪਏ। ਹੁਣ ਇਹ 'ਚੋਂ ਮੈਂ ਕੀ ਲੈਸ ਕਰਨਾ ਆ, ਇੰਡੈਕਸਿੰਗ ਕਰਕੇ ਕਾਸਟ ਦੀ, ਔਰ ਕਾਸਟ ਮੇਰੇ ਕੋਲ ਕਿੰਨੀ ਸੀ 10 ਲੱਖ। ਪ੍ਰੈਜ਼ੈਂਟ ਹੁਣ ਆਪਾਂ ਸੇਲ ਕਦੋਂ ਕਰ ਰਹੇ ਹਾਂ 2019-20 'ਚ, 2019-20 ਦਾ ਇੰਡੈਕਸ ਕਿੰਨਾ ਹੈ 299, ਤਾਂ 299 ਨਾਲ 289 ਨਾਲ ਡਿਵਾਈਡ ਮਲਟੀਪਲਾਈ, ਸੌਰੀ ਪ੍ਰੈਜ਼ੈਂਟ ਸੈਲਰ ਓਨਰ ਕਦੋਂ ਬਣਿਆ ਉਹ ਦੇਖਣਾ। 100 ਨਾਲ ਗਲਤੀ ਨਾਲ ਵੀ ਡਿਵਾਈਡ ਨਾ ਕਰਿਓ, ਤੁਸੀਂ ਕੀ ਦੇਖਣਾ, ਪ੍ਰੈਜ਼ੈਂਟ ਸੈਲਰ ਓਨਰ ਬਣਿਆ 2007-8 'ਚ, ਤਾਂ 7-8 ਦਾ ਇੰਡੈਕਸ ਕਿੰਨਾ 129, ਤਾਂ 129 ਨਾਲ ਡਿਵਾਈਡ ਕਰ ਲਿਓ। ਇਹਦੀ ਜਿੰਨੀ ਵੀ ਕਾਸਟ ਹੈ ਉਹ ਤੁਸੀਂ ਪਾ ਲੈਣੀ, ਔਰ ਇਹ ਆਉਂਦੀ ਹੈ 22,40,310, ਠੀਕ। ਉਸ ਤੋਂ ਬਾਅਦ ਆਪਣੇ ਕੋਲ ਇੱਕ ਕਾਸਟ ਆਫ ਰੈਨੋਵੇਸ਼ਨ ਵੀ ਸੀ ਜਿਹੜੀ 2001-2 ਤੋਂ ਬਾਅਦ ਸੀ, ਉਹ ਕਿੰਨੀ ਸੀਗੀ 2 ਲੱਖ। ਔਰ ਕਾਸਟ ਆਫ ਰੈਨੋਵੇਸ਼ਨ ਵੀ ਆਪਾਂ ਲੈਸ ਕਰਾਂਗੇ, ਇਹ ਕਾਸਟ ਆਫ ਆਪਣੀ ਹੋਊਗੀ ਇੰਡੈਕਸਿੰਗ ਦੀ। ਉਸ ਤੋਂ ਬਾਅਦ ਕਾਸਟ ਆਫ ਰੈਨੋਵੇਸ਼ਨ ਮੇਰੇ ਕੋਲ ਜਗ੍ਹਾ ਨਹੀਂ, ਲਿਖ ਲਿਓ ਕਾਸਟ ਆਫ ਰੈਨੋਵੇਸ਼ਨ, ਉਹਦੀ ਇੰਡੈਕਸਿੰਗ ਮੈਂ ਸਾਈਡ 'ਤੇ ਕਰ ਦੇਣਾ 2 ਲੱਖ, ਮਲਟੀਪਲਾਈ ਕਰਨਾ ਸੇਲ ਈਅਰ ਦਾ ਇੰਡੈਕਸ 299 289, ਔਰ ਜਿਸ ਈਅਰ ਹੋਈ ਹੈ ਕਦੋਂ ਹੋਈ ਹੈ 2010-11, ਇੰਡੈਕਸ ਕਿੰਨਾ ਹੈ 167। ਇਹਦੀ ਇੰਡੈਕਸਿੰਗ ਕਰਕੇ ਕਾਸਟ ਕੱਢੋ ਕਿੰਨੀ ਆਉਂਦੀ ਹੈ, ਇਹ ਆਊਗੀ 3,46,108, ਔਰ ਮਾਈਨਸ ਕਰਕੇ ਮੇਰੇ ਕੋਲ ਕੀ ਆ ਜਾਊਗਾ ਟੈਕਸੇਬਲ ਲੌਂਗ ਟਰਮ ਕੈਪੀਟਲ ਗੇਨ, ਔਰ ਜੋ ਆਉਣਾ ਆ 9,13,582, ਠੀਕ ਆ। ਔਰ ਮੇਰੇ ਖਿਆਲ ਨਾਲ ਇਹ 'ਚ ਇੰਡੈਕਸਿੰਗ ਦੇ ਤੁਹਾਨੂੰ ਸਾਰੇ ਪੁਆਇੰਟ ਵੀ ਕਲੀਅਰ ਹੋ ਗਏ, ਔਰ ਫੋਰਫਿਟ ਦਾ ਪੁਆਇੰਟ ਵੀ ਕਲੀਅਰ ਹੋ ਗਿਆ ਹੋਊਗਾ। ਅਗਲਾ ਜਿਹੜਾ ਸਮ ਉਹ ਤੁਸੀਂ ਧਿਆਨ ਰੱਖਣਾ ਕਿ ਰਿਟਰਨ ਡਾਊਨ ਵੈਲਿਊ ਅਗਰ ਕਿਸੇ ਵੀ ਸਮ ਦੀ 'ਚ ਕਿਸੇ ਵੀ ਐਸੈਟ ਦੀ ਗਿਵਨ ਆ ਤਾਂ ਉੱਥੇ ਹਮੇਸ਼ਾ ਸ਼ਾਰਟ ਟਰਮ ਕੈਪੀਟਲ ਗੇਨ ਨਿਕਲਣਾ ਹੈ, ਪਹਿਲੀ ਗੱਲ। ਔਰ ਤੁਸੀਂ ਇੰਡੈਕਸਿੰਗ ਨਹੀਂ ਕਰਨੀ, ਸੇਲ ਪ੍ਰਾਈਸ ਟੂ ਰਿਟਰਨ ਡਾਊਨ ਵੈਲਿਊ ਮਾਈਨਸ ਕਰ ਦਿਓ, ਤੁਹਾਡੇ ਕੋਲ ਸ਼ਾਰਟ ਟਰਮ ਕੈਪੀਟਲ ਗੇਨ ਆ ਜਾਊਗਾ। ਅਗਰ ਤੁਸੀਂ ਰੀਜ਼ਨ ਪੁੱਛੋ ਤਾਂ ਧਿਆਨ ਦਿਓ, ਰਿਟਰਨ ਡਾਊਨ ਵੈਲਿਊ ਹਮੇਸ਼ਾ ਡੈਪਰੇਸ਼ਨ ਮਾਈਨਸ ਕਰਕੇ ਦਿੰਦਾ ਆ, ਔਰ ਡੈਪਰੇਸ਼ਨ ਹਮੇਸ਼ਾ ਕੀ ਹੁੰਦੀ ਹੈ ਸਾਲ ਦੀ। ਅਗਰ ਹੁਣ ਤੁਹਾਨੂੰ ਰਿਟਰਨ ਡਾਊਨ ਵੈਲਿਊ ਦੇ 1/4/2019 ਨੂੰ ਦਿੱਤੀ ਤਾਂ ਇਹਦਾ ਮਤਲਬ ਉਹ ਵੈਲਿਊ ਰੀਸੈਂਟ ਹੀ ਹੈ ਨਾ। ਤਾਂ ਫਿਰ ਤੁਸੀਂ ਉਹਦੀ ਇੰਡੈਕਸਿੰਗ ਕਿਉਂ ਕਰੋਗੇ, ਆਪਾਂ ਇਹਨਾਂ ਦੀ ਇੰਡੈਕਸਿੰਗ ਕਿਉਂ ਕਰਦੇ, ਕਿਉਂਕਿ ਇਹ ਕਾਸਟ ਮੈਨੂੰ ਪਤਾ ਆ 1992-93 ਦੀ, ਜਾਂ 2010-11 'ਚ ਇਹਦੀ ਇੰਨੀ ਕਾਸਟ ਸੀ। ਅੱਜ ਥੋੜ੍ਹੀ 2010-11 2020-30 'ਚ ਇਹਦੀ ਕਾਸਟ 2 ਲੱਖ ਆ। ਅਗਰ ਅੱਜ ਮੈਂ ਇਹਦੀ ਰੈਨੋਵੇਸ਼ਨ ਕਰਾਉਣ ਜਾਵਾਂ ਤਾਂ ਇਹਦੀ ਕਾਸਟ ਵੱਧ ਹੋਊਗੀ, ਔਰ ਇਹ ਰਿਟਰਨ ਡਾਊਨ ਵੈਲਿਊ ਦੇ ਵਿੱਚ ਹਮੇਸ਼ਾ ਰੀਸੈਂਟ ਕਾਸਟ ਹੀ ਕੱਢ ਕੇ ਦਿੰਦੇ ਆ, ਇਸ ਕਰਕੇ ਇਹਦੀ ਇੰਡੈਕਸਿੰਗ ਦੀ ਲੋੜ ਨਹੀਂ ਪੈਂਦੀ, ਠੀਕ ਆ। ਇਹਦੇ ਨਾਲ ਹੀ ਜਿਹੜੇ ਇੰਡੈਕਸਿੰਗ ਦੇ ਪੁਆਇੰਟ ਵੀ ਕਲੀਅਰ ਆ, ਔਰ ਫੋਰਫਿਟ ਦੇ ਪੁਆਇੰਟ ਵੀ ਕਲੀਅਰ। ਇੱਕ ਫੋਰਫਿਟ ਦੀ ਇਲਸਟ੍ਰੇਸ਼ਨ ਆ, ਅਗਰ ਮੈਨੂੰ ਟਾਈਮ ਲੱਗਾ ਤਾਂ ਮੈਂ ਜ਼ਰੂਰ ਕਰਾਵਾਂਗੇ, ਨਹੀਂ ਤਾਂ ਮੈਂ ਮੋਸਟਲੀ ਐਗਜ਼ੰਪਸ਼ਨਾਂ ਕਰਾ ਚੁੱਕੇ ਹਾਂ, ਇੰਡੈਕਸਿੰਗ ਦੇ ਪੁਆਇੰਟ ਕਰਾ ਚੁੱਕੇ ਹਾਂ, ਔਰ ਇਸ ਚੈਪਟਰ ਦਾ ਮੈਕਸੀਮਮ ਜਿਹੜਾ ਪੋਰਸ਼ਨ ਤੁਹਾਨੂੰ ਪਤਾ ਹੋਣਾ ਚਾਹੀਦਾ ਪ੍ਰੈਕਟੀਕਲ ਸਮ ਕੈਲਕੂਲੇਟ ਕਰਨ ਦੇ ਲਈ, ਉਹ ਮੈਂ ਕਰਾਤਾ। ਇੱਕ ਇਲਸਟ੍ਰੇਸ਼ਨ ਜ਼ਰੂਰ ਹੈ ਜਿਹ 'ਚ 54 ਤੇ 54F ਦੋਨੋਂ ਇਕੱਠੇ ਨੇ, ਉਹ ਮੈਂ ਕਰਾ ਦਾਂ।